अस्सलाम वालेकुम ਵੀਵਰਸ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਮੇਰੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਆਖਰ ਵਿੱਚ ਘੰਟੀ ਵਾਲਾ ਬਟਨ ਦਬਾਉਣਾ ਨਹੀਂ ਭੁੱਲਣਾ। ਅੱਜ ਦੀ ਰੈਸਿਪੀ ਬੜੀ ਵਧੀਆ ਤੇ ਬੜੀ ਮਜ਼ੇਦਾਰ ਹੈ, ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਪੂਰੀ ਰੈਸਿਪੀ ਦੇ ਤੁਹਾਨੂੰ ਪਤਾ ਚੱਲ ਸਕੇ। ਅੱਜ ਦੀ ਰੈਸਿਪੀ 'ਚ ਅਸੀਂ ਬਣਾਵਾਂਗੇ ਪਾਲਕ ਤੇ ਮੂੰਗੀ ਦਾ ਗੋਸ਼ਤ। ਇਸੇ ਵਾਸਤੇ ਸਾਨੂੰ ਚਾਹੀਦੀ ਹੈ ਪਾਲਕ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਲੈਣੀ ਹੈ ਤੇ ਪਾਲਕ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਧੋ ਲੈਣਾ। ਤੇ ਦੂਸਰੇ ਪਾਸੇ ਅਸੀਂ ਰੱਖਾਂਗੇ ਚੁੱਲ੍ਹੇ ਦੇ ਉੱਤੇ ਬਰਤਨ ਦੇ ਵਿੱਚ ਅਸੀਂ ਧੋਤੀ ਹੋਈ ਪਾਲਕ ਪਾ ਦੇਵਾਂਗੇ। ਪਾਲਕ ਦੇ ਵਿੱਚ ਤੁਸੀਂ ਪਾਣੀ ਨਹੀਂ ਪਾਉਣਾ। ਬਰਤਨ ਨੂੰ ਚੰਗੀ ਤਰ੍ਹਾਂ ਢੱਕ ਦੇਣਾ ਤਾਂ ਕਿ ਪਾਲਕ ਆਪਣੇ ਪਾਣੀ ਤੇ ਭਾਫ਼ ਵਿੱਚ ਪੱਕੇ। ਚੁੱਲ੍ਹੇ ਦੀ ਆਂਚ ਮੱਠੀ ਰੱਖਣੀ ਹੈ ਤੇ 2 ਮਿੰਟ ਤੱਕ ਇਸੇ ਤਰ੍ਹਾਂ ਹੀ ਤੁਸੀਂ ਪਕਾਉਣਾ ਵਾ ਪਾਲਕ ਨੂੰ। ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਭਾਫ਼ ਬਣਨਾ ਸ਼ੁਰੂ ਹੋ ਗਈ ਹੈ। ਚੁੱਲ੍ਹੇ ਦੀ ਅੱਗ ਮੱਠੀ ਰੱਖਣੀ ਹੈ ਤੇ ਢੱਕਣ ਉੱਪਰੋਂ ਨਹੀਂ ਚੱਕਣਾ। 2 ਮਿੰਟ ਹੋ ਗਏ, ਹੁਣ ਅਸੀਂ ਪਾਲਕ ਚੈੱਕ ਕਰਾਂਗੇ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਪਾਲਕ ਦਾ ਪਾਣੀ ਹਲੇ ਚੰਗੀ ਤਰ੍ਹਾਂ ਖੁਸ਼ਕ ਨਹੀਂ ਹੋਇਆ। ਦੁਬਾਰਾ ਦਰਮਿਆਨੀ ਆਂਚ ਦੇ ਉੱਤੇ 1 ਮਿੰਟ ਵਾਸਤੇ ਰੱਖ ਲਵਾਂਗੇ ਤੇ ਨਾਲੇ ਬਰਤਨ ਢੱਕ ਦੇਵਾਂਗੇ। ਇੱਥੇ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਪਾਲਕ ਦੇ ਵਿੱਚ ਪਾਣੀ ਪਾ ਕੇ ਨਹੀਂ ਉਬਾਲਣਾ ਤੇ ਇਹਦਾ ਰੰਗ ਵੀ ਤਬਦੀਲ ਨਾ ਹੋਵੇ, ਸਬਜ਼ ਹੀ ਰਹੇ। ਤੇ ਜਿਸ ਟਾਈਮ ਪਾਲਕ ਦਾ ਰੰਗ ਤਬਦੀਲ ਹੁੰਦਾ ਇਹਦੇ ਵਿੱਚ ਮੌਜੂਦ ਸਾਰੇ ਵਿਟਾਮਿਨਸ ਖਤਮ ਹੋ ਜਾਂਦੇ ਆ। 1 ਮਿੰਟ ਹੋ ਚੁੱਕਿਆ, ਚੁੱਲ੍ਹੇ ਦੀ ਅੱਗ ਬੰਦ ਕਰ ਦਾਂਗੇ। ਤੇ ਜਿਸ ਵੇਲੇ ਪਾਲਕ ਮੱਠੀ 'ਚ ਠੰਡੀ ਹੋ ਜਾਵੇ ਗ੍ਰਾਈਂਡਰ ਵਾਲੇ ਜੱਗ 'ਚ ਪਾਓ, 1 ਕੱਪ ਦੁੱਧ ਦਾ ਪਾਓ ਵਿੱਚ ਤੇ ਇਹਨੂੰ ਗ੍ਰਾਈਂਡ ਕਰ ਲਓ। ਪਾਲਕ ਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਓ। ਜਿਸ ਵੇਲੇ ਤੁਸੀਂ ਗ੍ਰਾਈਂਡ ਕਰਨ ਲੱਗੋ ਤਾਂ ਦੁੱਧ ਦਾ ਇਸਤੇਮਾਲ ਕਰਨਾ, ਪਾਣੀ ਦਾ ਇਸਤੇਮਾਲ ਨਹੀਂ ਕਰਨਾ ਕਿਉਂਕਿ ਹਲਕੀ ਜਿਹੀ ਕਰਵਾਹਟ ਹੁੰਦੀ ਹੈ ਪਾਲਕ ਦੇ ਵਿੱਚ, ਦੁੱਧ ਦੇ ਨਾਲ ਖਤਮ ਹੋ ਜਾਏਗੀ। ਜ਼ਾਇਕਾ ਵੀ ਅੱਛਾ ਹੋਏਗਾ। ਗ੍ਰਾਈਂਡ ਕੀਤੀ ਹੋਈ ਪਾਲਕ ਇੱਕ ਪਾਸੇ ਦੇ ਤੋਂ ਰੱਖਾਂਗੇ ਤਾਂ ਅਸੀਂ ਲਵਾਂਗੇ ਹੁਣ ਪੈਨ ਦੇ ਵਿੱਚ ਪਾਵਾਂਗੇ ਜ਼ਰੂਰਤ ਦੇ ਮੁਤਾਬਕ ਤੇਲ ਦੇ ਵਿੱਚ ਪਾਵਾਂਗੇ 2 ਦਰਮਿਆਨੀ ਕੱਟੀ ਹੋਈ ਪਿਆਜ਼। ਇਸੇ ਤਰ੍ਹਾਂ ਤੇਲ ਦੇ ਵਿੱਚ 2 ਮਿੰਟ ਵਾਸਤੇ ਪਿਆਜ਼ਾਂ ਨੂੰ ਤਲਦੇ ਰਵਾਂਗੇ ਤੇ ਇਸ ਤੋਂ ਬਾਅਦ ਅਸੀਂ 2 ਟਮਾਟਰ ਕੱਟੇ ਹੋਏ ਸ਼ਾਮਿਲ ਕਰ ਦੇਵਾਂਗੇ। ਇਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਹੁਣ ਅਸੀਂ 5 ਤੋਂ 6 ਕੱਟੀਆਂ ਹੋਈਆਂ ਸਬਜ਼ ਮਿਰਚਾਂ ਸ਼ਾਮਿਲ ਕਰਾਂਗੇ। ਮੱਠੀ ਜੀ ਅੱਗ ਦੇ ਉੱਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਫਰਾਈ ਕਰਦੇ ਰਵਾਂਗੇ ਤੇ ਚਮਚ ਹਿਲਾਉਂਦੇ ਰਵਾਂਗੇ। ਅਸੀਂ ਇਹ ਪਾਲਕ ਵਾਸਤੇ ਤੁੜਕਾ ਤਿਆਰ ਹੈ। ਤੁੜਕਾ ਅਸੀਂ ਚੰਗੀ ਤਰ੍ਹਾਂ ਤਿਆਰ ਕਰਾਂਗੇ ਤਾਂ ਅਸੀਂ 1 ਮਿੰਟ ਵਾਸਤੇ ਇਹਨੂੰ ਢੱਕ ਦੇਵਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਗਲ ਜਾਣ। 1 ਮਿੰਟ ਤੋਂ ਬਾਅਦ ਅਸੀਂ ਹਾਂਡੀ ਦਾ ਢੱਕਣ ਚੱਕ ਦੇਵਾਂਗੇ ਤੇ ਦੇਖਾਂਗੇ ਸਾਰੀਆਂ ਚੀਜ਼ਾਂ ਬਿਹਤਰੀਨ ਗਲ ਹੋਈਆਂ। ਤੇ ਹੁਣ ਅਸੀਂ ਬਾਕੀ ਚੀਜ਼ਾਂ ਦੇ ਵਿੱਚ ਸ਼ਾਮਿਲ ਕਰਾਂਗੇ। 2 ਚਾਹ ਵਾਲੇ ਚਮਚ ਅਸੀਂ ਲਾਲ ਮਿਰਚ ਸ਼ਾਮਿਲ ਕਰਾਂਗੇ। ਅੱਧਾ ਚਾਹ ਵਾਲਾ ਚਮਚ ਹਲਦੀ ਸ਼ਾਮਿਲ ਕਰਾਂਗੇ। 1 ਚਾਹ ਵਾਲਾ ਚਮਚ ਨਮਕ ਸ਼ਾਮਿਲ ਕਰਾਂਗੇ। ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਰਲਾ ਲਵਾਂਗੇ ਤੇ ਨਾਲੇ ਹਲਕਾ ਜਿਹਾ ਦੁੱਧ ਦਾ ਛਿੱਟਾ ਪਾ ਕੇ ਤੇ ਤੁੜਕਾ ਭੁੰਨ ਲਵਾਂਗੇ। ਮੇਰੇ ਤੁੜਕਾ ਪਕਾਉਣੇ ਤੋਂ ਬਾਅਦ ਅੱਧਾ ਕਿਲੋ ਮੁਰਗੀ ਦਾ ਗੋਸ਼ਤ ਸ਼ਾਮਿਲ ਕਰਾਂਗੇ ਅਸੀਂ ਤੇ ਨਾਲ ਮੱਠਾ ਚਮਚਾ ਵੀ ਹਿਲਾਉਂਦੇ ਰਹਿਣਾ। ਤੇ ਜਿਸ ਵੇਲੇ ਅਸੀਂ ਮੁਰਗੀ ਦਾ ਗੋਸ਼ਤ ਪਾਇਆ ਤੇ ਅਦਰਕ ਤੇ ਲਸਣ ਕੁੱਟਿਆ ਹੋਇਆ ਅਸੀਂ ਖਾਣੇ ਵਾਲਾ ਚਮਚਾ ਪਾ ਦਿੱਤਾ। ਹੁਣ ਅਸੀਂ ਦਰਮਿਆਨੀ ਅੱਗ ਦੇ ਉੱਤੇ ਗੋਸ਼ਤ ਨੂੰ ਅੱਛੀ ਤਰ੍ਹਾਂ ਦੇ ਨਾਲ ਭੁੰਨ ਲੈਣਾ ਵਾ। ਤੇ ਹੁਣ ਅਸੀਂ ਅੱਧੀ ਪਿਆਲੀ ਦਹੀਂ ਦੀ ਸ਼ਾਮਿਲ ਕਰਾਂਗੇ ਵਿੱਚ। ਇਸੇ ਤਰ੍ਹਾਂ ਦਰਮਿਆਨੀ ਅੱਗ ਦੇ ਉੱਤੇ ਅਸੀਂ ਇਹਨੂੰ 2 ਮਿੰਟ ਵਾਸਤੇ ਪਕਾਵਾਂਗੇ ਤੇ ਉਸ ਤੋਂ ਬਾਅਦ ਅਸੀਂ 2 ਮਿੰਟ ਵਾਸਤੇ ਢੱਕ ਦੇਵਾਂਗੇ ਇਹਨੂੰ ਤਾਂ ਕਿ ਆਪਣੀ ਭਾਫ਼ ਦੇ ਵਿੱਚ ਗੋਸ਼ਤ ਚੰਗੀ ਤਰ੍ਹਾਂ ਤੇ ਗਲ ਜਾਵੇ। ਇਸ ਵੇਲੇ 2 ਮਿੰਟ ਪੂਰੇ ਹੋਏ ਤੇ ਹਾਂਡੀ ਦੇ ਢੱਕਣ ਚੱਕ ਕੇ ਵੇਖ ਲੈਣਾ ਵਾ ਗੋਸ਼ਤ ਚੰਗੀ ਤਰ੍ਹਾਂ ਤੇ ਪੱਕ ਗਿਆ ਵਾ। ਤੇ ਹੁਣ ਅਸੀਂ ਸਭ ਤੋਂ ਆਖਰ ਦੇ ਵਿੱਚ ਸਬਜ਼ ਜ਼ੀਰਾ ਹੱਥਾਂ ਦੇ ਨਾਲ ਮਸਲ ਕੇ ਵਿੱਚ ਪਾ ਦੇਣਾ ਵਾ। ਮੱਠਾ ਚਮਚਾ ਹਿਲਾਉਂਦੇ ਰਹਿਣਾ ਤਾਂ ਅੱਗ ਵੀ ਮੱਠੀ ਜਿਹੀ ਕਰ ਦੇਣੀ ਆ ਤੇ ਗੋਸ਼ਤ ਵੀ ਜਿਹੜਾ ਪੱਕ ਕੇ ਤਿਆਰ ਆ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਪਾਲਕ ਵਾਸਤੇ ਗੋਸ਼ਤ ਵਾਲਾ ਮਸਾਲਾ ਬਹੁਤ ਹੀ ਬਿਹਤਰੀਨ ਤੇ ਬਹੁਤ ਹੀ ਮਜ਼ੇਦਾਰ ਜਿਹਾ ਤਿਆਰ ਹੋਇਆ ਵਾ। ਜਿਸ ਵੇਲੇ ਮਸਾਲਾ ਤਿਆਰ ਹੋ ਜਾਵੇ ਤਾਂ ਅੱਗ ਬਿਲਕੁਲ ਮੱਠੀ ਕਰ ਦੇਣੀ ਤੇ ਹੁਣ ਅਸੀਂ ਵਿੱਚ ਪਾਲਕ ਪਾ ਦੇਣੀ ਜਿਹੜੀ ਅਸੀਂ ਪਹਿਲਾਂ ਗ੍ਰਾਈਂਡ ਕਰਕੇ ਰੱਖੀ ਹੋਈ ਸੀ। ਇੱਥੇ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਪਾਲਕ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ, ਸਿਰਫ 1 ਮਿੰਟ ਵਾਸਤੇ ਪਕਾਉਣਾ ਜਾਂ 1 ਮਿੰਟ ਤੋਂ ਘੱਟ ਪਕਾਉਣਾ। ਇੱਕ ਵਾਰੀ ਮੈਂ ਫਿਰ ਦੱਸਦੀ ਜਾਵਾਂਗਾ ਪਾਲਕ ਦਾ ਰੰਗ ਬਿਲਕੁਲ ਵੀ ਤਬਦੀਲ ਨਾ ਹੋਵੇ, ਪਾਲਕ ਦਾ ਰੰਗ ਬਿਲਕੁਲ ਸਬਜ਼ ਰਹਿਣਾ ਚਾਹੀਦਾ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਮੱਠੀ ਜੀ ਅੱਗ ਦੇ ਉੱਤੇ ਪਾਲਕ ਨੂੰ ਅਸੀਂ ਪਕਾਇਆ ਤੇ ਹੁਣ ਸਾਡੀ ਪਾਲਕ ਤਿਆਰ ਹੋ ਗਈ ਆ। ਅਸੀਂ ਅੱਗ ਬੰਦ ਕਰ ਦੇਵਾਂਗੇ। ਜਿਸ ਤਰ੍ਹਾਂ ਕਿ ਤੁਸੀਂ ਵੇਖ ਸਕਦੇ ਹੋ ਪਾਲਕ ਦਾ ਰੰਗ ਬਿਲਕੁਲ ਵੀ ਤਬਦੀਲ ਨਹੀਂ ਹੋਇਆ। ਹੁਣ ਅਸੀਂ ਇੱਕ ਡੋਂਗੇ ਦੇ ਵਿੱਚ ਪਾਲਕ ਨੂੰ ਕੱਢ ਲਵਾਂਗੇ ਤੇ ਖਾਣੇ ਵਾਸਤੇ ਪੇਸ਼ ਕਰਾਂਗੇ। ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰਾਂ ਵਿੱਚ ਪਾਲਕ ਜ਼ਰੂਰ ਬਣਾਉਣਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਸ ਤਰ੍ਹਾਂ ਦੀ ਬਣੀ। ਪਾਲਕ ਬੜੀ ਵਧੀਆ ਤੇ ਬੜੀ ਮਜ਼ੇਦਾਰ ਬਣੀ ਹੈ। ਤੁਸੀਂ ਵੀ ਆਪਣੇ ਘਰਾਂ ਵਿੱਚ ਜ਼ਰੂਰ ਬਣਾਉਣਾ, ਆਪਣੇ ਬਜ਼ੁਰਗਾਂ ਵਾਸਤੇ, ਆਪਣੇ ਬੱਚਿਆਂ ਵਾਸਤੇ, ਸਿਹਤ ਵਾਸਤੇ ਬਹੁਤ ਅੱਛੀ ਹੁੰਦੀ ਹੈ। ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੀ ਦੁਆਵਾਂ ਯਾਦ ਰੱਖਿਓ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ। ਇਨਸ਼ਾਅੱਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਇਜਾਜ਼ਤ, ਰੱਬ ਰਾਖਾ।